ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵੈਲਕਮ ਬੈਕ ਟੂ ਆਲ ਆਫ ਯੂ ਟੂ ਯਰ ਔਨ ਚੈਨਲ ਸਟੱਡੀ ਬਜ਼ਰ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅਸੀਂ ਸਿਵਿਕਸ ਦੀ ਸੀਰੀਜ਼ ਸਟਾਰਟ ਕੀਤੀ ਹੋਈ ਹੈ। 3 ਟੌਪਿਕਸ ਨੂੰ ਵਿਦ MCQs ਅਸੀਂ ਕੰਪਲੀਟਲੀ ਡਿਸਕਸ ਕਰ ਚੁੱਕੇ ਹਾਂ। ਲਿੰਕ ਹੈ ਜਿਹੜਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਗਿਆ ਹੈ, ਤੁਸੀਂ ਜਾ ਕੇ ਉਹ ਪ੍ਰੀਵੀਅਸ ਵੀਡੀਓਜ਼ ਨੂੰ ਦੇਖ ਸਕਦੇ ਹੋ। ਐਂਡ ਨਾਓ ਯੂ ਕੈਨ ਆਲਸੋ ਜੁਆਇਨ ਅਸ ਔਨ ਟੈਲੀਗ੍ਰਾਮ, ਉਸ ਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਗਿਆ ਹੈ। ਐਂਡ ਅੱਜ ਅਸੀਂ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਇੰਡੀਆਜ਼ ਫੋਰਨ ਪਾਲਿਸੀ ਐਂਡ ਯੂਨਾਈਟਿਡ ਨੇਸ਼ਨਸ ਨੂੰ ਡਿਸਕਸ ਕਰਨ ਜਾ ਰਹੇ ਹਾਂ। ਇਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਵਾਂਟ ਟੂ ਸੇ, ਜੇਕਰ ਤੁਹਾਨੂੰ ਲੱਗਦਾ ਹੈ ਕਿ ਵੀਡੀਓ ਤੁਹਾਡੇ ਲਈ ਹੈਲਪਫੁਲ ਹੈ, ਪਲੀਜ਼ ਲਾਈਕ ਇਟ and share it to the maximum of your friends. And the new viewers who are watching it for the very first time, let me tell you one thing: if you seriously want to see your name in the list of 1664 primary teachers, please go and subscribe my channel Study Buzzer, and don't forget to press the bell icon for the further notifications. ਸੋ ਬਹੁਤਾ ਸਮਾਂ ਜਾਇਆ ਨਾ ਕਰਦੇ ਹੋਏ ਵਧਦੇ ਹਾਂ ਜੀ ਆਪਣੇ ਟੌਪਿਕ ਵੱਲ, ਇੰਡੀਆਜ਼ ਫੋਰਨ ਪਾਲਿਸੀ ਐਂਡ ਯੂਨਾਈਟਿਡ ਨੇਸ਼ਨਸ। ਸ਼ੁਰੂ ਕਰਨ ਤੋਂ ਪਹਿਲਾਂ ਇੱਕ ਕੁਐਸਚਨ ਜੋ ਮੇਰੇ ਮਾਈਂਡ 'ਚ ਆ ਰਿਹਾ ਹੈ, ਵਾਟ ਇਜ਼ ਫੋਰਨ ਪਾਲਿਸੀ? ਕੀ ਹੁੰਦੀ ਹੈ ਵਿਦੇਸ਼ ਨੀਤੀ? ਵਿਦੇਸ਼ ਨੀਤੀ ਜਦੋਂ ਇੱਕ ਦੇਸ਼ ਬਾਕੀ ਦੇਸ਼ਾਂ ਦੇ ਨਾਲ ਸੰਬੰਧ ਬਣਾਉਂਦਾ ਹੈ, ਉਹ ਸੰਬੰਧ ਬਣਾਉਣ ਤੋਂ ਪਹਿਲਾਂ ਕੁਝ ਬੁਨਿਆਦੀ ਗੱਲਾਂ ਦਾ ਜਿਹੜਾ ਧਿਆਨ ਹਮੇਸ਼ਾ ਰੱਖਿਆ ਜਾਂਦਾ ਹੈ, ਉਹ ਬੁਨਿਆਦੀ ਗੱਲਾਂ ਹੀ ਵਿਦੇਸ਼ ਨੀਤੀ ਹੁੰਦੀ ਹੈ। ਕਲੀਅਰ? ਹਾਂਜੀ। ਸੋ ਇੰਡੀਆਜ਼ ਫੋਰਨ ਪਾਲਿਸੀ ਦਾ ਜੇਕਰ ਮੇਰੇ ਤੋਂ ਕੋਈ ਫਾਊਂਡਰ ਪੁੱਛੇ, ਜੇਕਰ ਮੇਰੇ ਤੋਂ ਕੋਈ ਇਹਦਾ ਸੰਸਥਾਪਕ ਪੁੱਛੇ, ਤਾਂ ਮੈਂ ਕਹੂੰਗਾ ਜੀ ਪੰਡਿਤ ਜਵਾਹਰ ਲਾਲ ਨਹਿਰੂ। ਅਕਸਰ ਕੁਐਸਚਨ ਦੇ ਦੇਖਣ ਨੂੰ ਮਿਲ ਸਕਦਾ ਹੈ ਜਵਾਹਰ ਲਾਲ ਨਹਿਰੂ। ਕਲੀਅਰ? ਹਾਂਜੀ। ਸੋ ਇਹ ਤਾਂ ਹੋ ਗਿਆ ਜੀ ਆਪਣੇ ਬਾਨੀ। ਐਂਡ ਉਸ ਤੋਂ ਇਲਾਵਾ ਜੇਕਰ ਆਪਣੀ ਫੋਰਨ ਪਾਲਿਸੀ ਵਿਦੇਸ਼ ਨੀਤੀ ਦਾ ਆਧਾਰ ਪੁੱਛਿਆ ਜਾਏ, ਤਾਂ ਉਹ ਆਧਾਰ ਹੋਏਗਾ ਜੀ ਨਾਮ। ਪੰਜਾਬੀ ਤੁਸੀਂ ਕਹਿ ਸਕਦੇ ਹੋ ਜੀ ਗੁੱਟ ਨਿਰਲੇਪਤਾ ਨੀਤੀ। ਕੀ ਹੈ ਜੀ ਇਹ? ਇਸ ਨੂੰ ਦੱਸਣ ਤੋਂ ਪਹਿਲਾਂ ਇੱਕ ਗੱਲ ਸਾਨੂੰ ਹਮੇਸ਼ਾ ਪਤਾ ਹੋਣੀ ਚਾਹੀਦੀ ਹੈ ਕਿ ਇੰਡੀਆ ਨੇ ਇੱਕ ਲੰਮੀ ਗੁਲਾਮੀ ਫੇਸ ਕੀਤੀ ਹੈ ਜੀ ਯੂਨਾਈਟਿਡ ਕਿੰਗਡਮ ਦੀ। ਠੀਕ ਹੈ ਜੀ। ਉਹ ਲੰਮੀ ਗੁਲਾਮੀ ਆਪਾਂ ਵੀ ਸਾਰੇ ਜਾਣਦੇ ਹਾਂ ਕਿ ਜਦੋਂ ਕੋਈ ਮੰਨ ਕੇ ਚੱਲੋ ਕੋਈ 5-7 ਸਾਲ ਦੀ 10 ਸਾਲ ਦੀ ਕੈਦ ਕੱਟਣ ਤੋਂ ਬਾਅਦ ਆਇਆ ਹੈ, ਉਹ ਦੁਬਾਰਾ ਅਜਿਹੀ ਕੋਈ ਗਲਤੀ ਨਹੀਂ ਕਰਨਾ ਚਾਹੁੰਦਾ ਕਿ ਦੁਬਾਰਾ ਉਸੇ ਗੁਲਾਮੀ ਦੇ ਗੇੜ 'ਚੋਂ ਦੁਬਾਰਾ ਪੈ ਜਾਏ। ਇੰਡੀਆ ਨੇ ਲੰਮੀ ਗੁਲਾਮੀ ਕੱਟ ਕੇ ਹੈ ਜੀ, ਆਜ਼ਾਦੀ ਸਾਨੂੰ ਮਿਲੀ ਹੈ। ਬੱਚਾ ਜਾਣਦਾ ਹੈ ਜੀ ਆਪਣਾ ਜਿਹੜਾ ਇੰਡੀਪੈਂਡੈਂਸ ਡੇ ਹੈ, ਆਜ਼ਾਦੀ ਦਿਵਸ ਹੈ ਜੀ 15 ਅਗਸਤ 1947 ਹੈ। ਕੀ ਅਸੀਂ ਕੋਈ ਛੋਟੀ ਮੋਟੀ ਅਜਿਹੀ ਗਲਤੀ ਕਰਨਾ ਚਾਹਾਂਗੇ ਕਿ ਅਸੀਂ ਦੁਬਾਰਾ ਫਿਰ ਉਸੇ ਗੇੜ 'ਚ ਪੈ ਜਾਈਏ? ਇਹ ਗੱਲ ਮੈਂ ਕਿਉਂ ਕਹਿ ਰਿਹਾ, ਕਿਉਂਕਿ ਜਦੋਂ ਭਾਰਤ ਆਜ਼ਾਦ ਹੋਇਆ ਨਾ, ਉਸ ਸਮੇਂ ਕੋਲਡ ਵਾਰ ਚੱਲ ਰਹੀ ਸੀ। ਕੋਲਡ ਵਾਰ, ਤੁਸੀਂ 2 ਵਰਲਡ ਵਾਰ ਤਾਂ ਸੁਣੀਆਂ ਹੀ ਹੋਣਗੀਆਂ ਜੀ, ਫਸਟ ਵਰਲਡ ਵਾਰ ਐਂਡ ਸੈਕੰਡ ਵਰਲਡ ਵਾਰ। ਫਸਟ ਵਰਲਡ ਵਾਰ ਤੁਹਾਨੂੰ ਪਤਾ ਹੀ ਹੈ ਜੀ 1914 ਤੋਂ ਲੈ ਕੇ 1918 ਤੱਕ ਲੜੀ ਗਈ ਸੀ, ਐਂਡ ਸੈਕੰਡ ਵਰਲਡ ਵਾਰ 1939 ਤੋਂ ਲੈ ਕੇ 1945 ਤੱਕ ਲੜੀ ਗਈ ਸੀ ਜੀ। ਕਲੀਅਰ? ਕੋਲਡ ਵਾਰ 1947 ਤੋਂ ਲੈ ਕੇ 1991 ਤੱਕ ਲੜੀ ਗਈ ਸੀ। ਇਹਦੇ ਵਿੱਚ ਵੀ ਉਸ ਦੇ ਤਰ੍ਹਾਂ 2 ਗੁੱਟ ਸੀਗੇ। ਠੀਕ ਹੈ ਜੀ। ਉਹ ਤਾਂ ਹਥਿਆਰਾਂ ਨਾਲ ਲੜੀ ਗਈ ਸੀ, ਆਮਣੇ ਸਾਹਮਣੇ ਲੜੀ ਗਈ ਸੀ। ਇਹ ਥੋੜਾ ਜਿਹਾ ਡਿਪਲੋਮੈਟਿਕ ਤਰੀਕੇ ਨਾਲ ਲੜੀ ਗਈ ਸੀ, ਕੂਟਨੀਤੀ ਦੇ ਤਹਿਤ ਲੜੀ ਗਈ ਸੀ। ਕੋਲਡ ਵਾਰ 'ਚ ਕੀ ਸੀਗਾ? ਇੱਕ ਪਾਸੇ ਅਮਰੀਕਾ ਸੀ ਵਰਲਡ ਪਾਵਰ, ਐਂਡ ਰਸ਼ੀਆ ਦੂਸਰੀ ਤਰਫ ਸੀ ਜੀ ਰਸ਼ੀਆ। ਇਹ 2 ਗੁੱਟ ਬਣੇ ਹੋਏ ਸੀ, ਤੇ ਇੱਕ ਗੁੱਟ ਨੂੰ ਲੀਡ ਕਰ ਰਿਹਾ ਸੀਗਾ ਜੀ ਅਮਰੀਕਾ, ਤੇ ਦੂਸਰੀ ਗੁੱਟ ਨੂੰ ਲੀਡ ਕਰ ਰਿਹਾ ਸੀ ਜੀ ਰਸ਼ੀਆ। ਕਲੀਅਰ? ਤੇ ਉਦੋਂ ਹੀ ਭਾਰਤ ਨੂੰ ਆਜ਼ਾਦੀ ਮਿਲ ਗਈ ਜੀ। ਕੀ ਭਾਰਤ ਅਮਰੀਕਾ ਦਾ ਸਾਥ ਦੇਗਾ? ਅਮਰੀਕਾ ਨੂੰ ਸਾਥ ਦਿੱਤਾ ਮਤਲਬ ਪੜੋਸ ਦੇ ਵਿੱਚ ਇੱਕ ਦੁਸ਼ਮਣ, ਉਹ ਵੀ ਆਪਣੇ ਆਪ 'ਚ ਵਰਲਡ ਪਾਵਰ ਹੈ, ਉਹਨੂੰ ਪਖੜਾ ਕਰ ਲਿਆ। ਇੱਕ ਰਸ਼ੀਆ ਨਾਲ ਹੱਥ ਮਿਲਾ ਕੇ ਅਸੀਂ ਵਰਲਡ ਪਾਵਰ ਅਮਰੀਕਾ ਨਾਲ ਦੁਸ਼ਮਣੀ ਖੜੀ ਕਰ ਲਈ। ਕੀ ਭਾਰਤ ਕੋਈ ਅਜਿਹਾ ਸਟੈਪ ਚੁੱਕਣਾ ਚਾਹੇਗਾ? ਨਹੀਂ ਜੀ। ਫਿਰ ਇਸੇ ਸਮੇਂ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ ਗੁੱਟ ਨਿਰਲੇਪਤਾ ਨੀਤੀ ਪੜਾਈ ਜੀ। ਗੁੱਟ ਨਿਰਲੇਪਤਾ ਨੀਤੀ ਮਤਲਬ ਅਸੀਂ ਨਾ ਤਾਂ ਰਸ਼ੀਆ ਨਾਲ ਹੱਥ ਮਿਲਾਵਾਂਗੇ ਤੇ ਨਾ ਹੀ ਅਸੀਂ ਅਮਰੀਕਾ ਨਾਲ ਹੱਥ ਮਿਲਾਵਾਂਗੇ। ਸਾਡੇ ਦੋਨਾਂ ਗੁੱਟਾਂ ਨਾਲ ਵਧੀਆ ਦੋਸਤਾਨਾ ਸੰਬੰਧ ਰਹਿਣਗੇ। ਇਹੀ ਸੀ ਜੀ ਗੁੱਟ ਨਿਰਲੇਪਤਾ ਨੀਤੀ, ਨॉन ਅਲਾਈਨਡ ਮੂਵਮੈਂਟ। ਤੇ ਇੱਕ ਗੱਲ ਹੋਰ ਦੱਸਣਾ ਚਾਹੂੰਗਾ, ਆਫਟਰ UNO, ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ,
ਦੁਨੀਆ ਦਾ ਸਭ ਤੋਂ ਵੱਡਾ ਸੰਗਠਨ ਹੈ ਜੀ। ਇਹਦੇ ਇਸ ਸਮੇਂ 120 ਪਲੱਸ ਕੰਟਰੀਜ਼ ਹੈ ਜਿਹੜੇ ਇਹਦੇ ਦੇਸ਼ ਮੈਂਬਰ ਬਣ ਚੁੱਕੇ ਹੈ ਜੀ। ਇਹ ਵੀ ਆਪਣੇ ਆਪ 'ਚ ਬਹੁਤ ਵੱਡੀ ਗੱਲ ਹੈ। ਇਹ ਤਾਂ ਜਿਹੜਾ ਸੰਸਥਾਪਕ ਹੈ ਉਹ ਇੰਡੀਆ ਹੈ। ਇਹ ਵੀ ਗੱਲ ਤੁਹਾਨੂੰ ਧਿਆਨ ਰੱਖਣ ਵਾਲੀ ਗੱਲ ਹੈ ਜੀ। ਉਮੀਦ ਕਰਦਾ ਕਿ ਤੁਹਾਨੂੰ ਸਮਝ ਆ ਗਿਆ ਹੋਣਾ ਜੀ। ਹਾਂਜੀ, ਸੋ ਵੱਧਦੇ ਹਾਂ ਜੀ ਆਪਣੇ ਦੂਸਰੇ ਪੁਆਇੰਟ ਵੱਲ। ਦੂਸਰਾ ਪੁਆਇੰਟ ਹੈ ਜੀ ਪੰਚਸ਼ੀਲ ਦਾ ਸਮਝੌਤਾ। 5 ਪ੍ਰਿੰਸੀਪਲ ਆਫ ਪੀਸਫੁਲ ਕੋਐਗਜ਼ਿਸਟੈਂਸ ਤੁਸੀਂ ਇੰਗਲਿਸ਼ ਦੇ ਵਿੱਚ ਕਹਿ ਸਕਦੇ ਹੋ। ਇਹ ਸਮਝੌਤਾ ਕਿਹਦੇ ਵਿਚਕਾਰ ਹੋਇਆ ਸੀਗਾ ਜੀ? ਇਹ ਸਮਝੌਤਾ ਹੋਇਆ ਸੀਗਾ ਜੀ ਪੰਡਿਤ ਜਵਾਹਰ ਲਾਲ ਨਹਿਰੂ ਐਂਡ ਚਾਈਨਾ ਦੇ ਜਿਹੜੇ ਪੀਐਮ ਸੀਗੇ ਚਾਓ ਐਨ ਲਾਈ, ਇਹਨਾਂ ਵਿਚਕਾਰ 29 ਅਪ੍ਰੈਲ 1954 ਕਦੋਂ ਹੋਇਆ ਜੀ? 29 ਅਪ੍ਰੈਲ 1954 ਨੂੰ ਇੱਕ ਸਮਝੌਤਾ ਹੋਇਆ ਸੀਗਾ ਜੀ, ਜਿਹਦੇ ਚ 5 ਸਿਧਾਂਤ ਨੂੰ ਆਧਾਰ ਬਣਾਇਆ ਗਿਆ ਸੀਗਾ ਜੀ। ਉਹ 5 ਸਿਧਾਂਤ ਕਿਹੜੇ-ਕਿਹੜੇ ਸੀਗੇ ਜੀ? ਪਰਸਪਰ ਪ੍ਰਭੂਸੱਤਾ ਤੇ ਏਕਤਾ ਦਾ ਸਨਮਾਨ ਕਰਨਾ। ਏਕਤਾ ਦਾ ਸਨਮਾਨ ਕਰਨਾ ਦੱਸਣਾ ਚਾਹੂੰਗਾ ਜੀ। ਪ੍ਰਭੂਸੱਤਾ in English you can say sovereignty। sovereignty ਤੇ unity ਦਾ ਰਿਸਪੈਕਟ ਕਰਨੀ ਹੈ ਜੀ। sovereignty ਪ੍ਰਭੂਸੱਤਾ ਹੁੰਦੀ ਕੀ ਹੈ ਜੀ? ਪ੍ਰਭੂਸੱਤਾ ਹੁੰਦੀ ਹੈ ਅੰਦਰੂਨੀ ਤੇ ਬਾਹਰੀ ਦਬਾਅ ਤੋਂ ਮੁਕਤੀ। ਕੀ ਇੰਡੀਆ ਕਿਸੇ ਬਾਹਰੀ ਪਾਵਰ ਤੋਂ ਮੰਨ ਲਓ ਦਬਾਅ ਦੇ ਵਿੱਚ ਹੈ? ਕਿ ਅਸੀਂ ਅਮਰੀਕਾ ਦੇ ਦਬਾਅ ਹਾਂ? ਕਿ ਅਸੀਂ ਕੋਈ ਅੰਦਰੂਨੀ ਪਾਵਰ ਮੰਨ ਕੇ ਚਲੋ ਕੋਈ ਛੋਟਾ ਮੋਟਾ ਸੰਗਠਨ ਆਪਣੇ ਇੰਡੀਆ ਦੇ ਵਿੱਚ ਹੋਵੇ ਕਿ ਅਸੀਂ ਉਸ ਦੇ ਕੋਈ ਗੁਲਾਮ ਹਾਂ? ਕੋਈ ISI ਕੁਝ ਵੀ ਹੋਵੇ ਕਿ ਅਸੀਂ ਉਸ ਦੇ ਗੁਲਾਮ ਹਾਂ? ਨਹੀਂ ਜੀ। ਇਹ ਹੁੰਦੀ ਹੈ ਪ੍ਰਭੂਸੱਤਾ। ਏਕਤਾ ਦਾ ਸਨਮਾਨ ਕਰਨਾ, ਇੱਕ ਦੂਜੇ ਦੀ ਪ੍ਰਭੂਸੱਤਾ ਤੇ ਏਕਤਾ ਦਾ ਸਨਮਾਨ ਕਰਨਾ। ਪਹਿਲਾ ਸਿਧਾਂਤ ਇਹ ਸੀਗਾ ਜੀ। ਦੂਸਰਾ ਸਿਧਾਂਤ ਸੀਗਾ ਜੀ ਪਰਸਪਰ ਹਮਲਾ ਨਾ ਕਰਨਾ। ਹਮਲਾ ਨਾ ਕਰਨਾ। ਭਾਰਤ ਹੈ ਜਿਹੜਾ ਚਾਈਨਾ ਤੇ ਹਮਲਾ ਨਹੀਂ ਕਰੇਗਾ ਤੇ ਚਾਈਨਾ ਭਾਰਤ ਤੇ ਹਮਲਾ ਨਹੀਂ ਕਰੇਗਾ ਜੀ। ਤੀਸਰੀ ਗੱਲ, ਤੀਸਰਾ ਜਿਹੜਾ ਲਾਅ ਬਣਿਆ ਸੀਗਾ ਜੀ, ਅੰਦਰੂਨੀ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਨਹੀਂ ਦੇਣੀ ਜੀ। ਮਾਮਲਿਆਂ 'ਚ ਇੰਟਰਫੇਅਰ ਨਹੀਂ ਕਰਨਾ। ਭਾਰਤ ਦਾ ਕੁਝ ਵੀ ਮੁੱਦਾ ਉੱਠਿਆ ਹੋਇਆ, ਭਾਵੇਂ ਅਸੀਂ 3 ਤਲਾਕ ਦਾ ਮੁੱਦਾ ਲੈ ਲਈਏ, ਭਾਵੇਂ ਕੁਝ ਵੀ ਅੰਦਰੂਨੀ ਗੜਬੜ ਚੱਲ ਰਹੀ ਹੈ, ਉਹਦੇ 'ਚ ਚਾਈਨਾ ਕਦੇ ਇੰਟਰਫੇਅਰ ਨਹੀਂ ਕਰੂਗਾ। ਚਾਈਨਾ ਦੀ ਜਿਹੜੇ ਚੱਲ ਰਹੀ ਹੈ ਉੱਥੇ ਕਦੇ ਇੰਡੀਆ ਇੰਟਰਫੇਅਰ ਨਹੀਂ ਕਰੂਗਾ। ਚੌਥਾ ਸੀਗਾ ਜੀ ਸਮਾਨਤਾ ਤੇ ਸਹਿਯੋਗ। ਠੀਕ ਹੈ ਜੀ, ਆਪ ਇੱਕ ਦੂਜੇ ਨੂੰ ਕੋਆਪਰੇਟ ਕਰਨਾ ਹੈ ਤੇ ਸਮਾਨ ਮੰਨਣਾ ਹੈ ਜੀ। ਐਂਡ ਜਿਹੜਾ 5th ਹੈ ਜੀ ਸ਼ਾਂਤਮਈ ਸਹਿਹੋਂਦ। ਸ਼ਾਂਤੀਪੂਰਵਕ ਜਿਹੜੀ ਐਗਜ਼ਿਸਟੈਂਸ ਹੈ ਆਪਦੀ ਬਣਾ ਕੇ ਰੱਖਣੀ ਹੈ ਜੀ। ਇਹ ਸੀਗੇ ਜੀ ਪੰਚਸ਼ੀਲ। ਠੀਕ ਹੈ ਜੀ, ਦੱਸਣਾ ਚਾਹੂੰਗਾ ਕਿ ਪੰਚਸ਼ੀਲ ਦਾ ਸਮਝੌਤਾ ਤਿੱਬਤ ਵਿਵਾਦ ਨੂੰ ਲੈ ਕੇ ਹੋਇਆ ਸੀਗਾ ਜੀ। ਤਿੱਬਤ ਇੱਕ ਦੇਸ਼ ਹੈ ਜੀ। ਐਂਡ ਫਿਊਚਰ ਦੇ ਵਿੱਚ ਭਾਰਤ ਤੇ ਚਾਈਨਾ ਦੇ ਜਿਹੜੇ ਵਪਾਰਿਕ ਸੰਬੰਧ ਨੇ ਉਹਨਾਂ ਨੂੰ ਹੋਰ ਜ਼ਿਆਦਾ ਇੰਪਰੂਵ ਕੀਤਾ ਜਾ ਸਕੇ, ਉਹਨੂੰ ਲੈ ਕੇ ਹੋਇਆ ਸੀਗਾ। ਐਂਡ ਇੱਕ ਗੱਲ ਜੋ ਹੋਰ ਨੋਟ ਕਰਨ ਵਾਲੀ ਹੈ, 14 ਦਸੰਬਰ 1959 ਦੇ ਵਿੱਚ 82 ਮੈਂਬਰਸ ਦੁਆਰਾ UNO ਦੀ 82 ਮੈਂਬਰਸ ਦੀ ਸਹਿਮਤੀ ਮਿਲਣ ਦੇ ਨਾਲ ਇਸ ਨੂੰ ਵਿਸ਼ਵ ਦੀ ਮਾਨਤਾ ਮਿਲ ਗਈ ਸੀ ਜੀ। ਸੋ ਹਾਲਾਂਕਿ ਜ਼ਿਆਦਾ ਨਹੀਂ ਟਿਕ ਸਕਿਆ ਸੀਗਾ। 1962 ਦੇ ਵਿੱਚ ਅਮਰੀਕਾ ਆਪਣੇ ਚਾਈਨਾ ਤੇ ਇੰਡੀਆ ਦੇ ਵਿਚਕਾਰ ਯੁੱਧ ਹੋਇਆ ਸੀਗਾ ਜੀ। ਹਾਲਾਂਕਿ ਇਸ ਚੀਜ਼ ਦੇ ਵਿੱਚ ਇੰਡੀਆ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀਗਾ। ਤੇ ਇਹ ਸੀ ਜੀ ਕੰਪਲੀਟ ਆਪਣੇ 2 ਪੁਆਇੰਟਸ। ਤੁਸੀਂ ਇਸ ਦਾ ਸਕਰੀਨਸ਼ਾਟ ਲੈ ਸਕਦੇ ਹੋ ਜੀ। ਹਾਂਜੀ, ਤਾਂ ਇਸ ਤੋਂ ਇਲਾਵਾ ਆਪਾਂ ਹੋਰ ਡਿਸਕਸ਼ਨ ਕਰਾਂਗੇ ਜੀ ਭਾਰਤ ਦੀ ਵਿਦੇਸ਼ ਨੀਤੀ। ਕਿਸੇ ਵੀ ਦੇਸ਼ ਦੇ ਲਈ ਵਿਦੇਸ਼ ਨੀਤੀ ਬਹੁਤ ਮਾਇਨੇ ਰੱਖਦੀ ਹੈ। ਐਂਡ ਉਸ ਤੇ ਜੇ ਪ੍ਰੋਪਰ ਕੰਮ ਕੀਤਾ ਜਾਏ ਤਾਂ ਉਹ ਹੋਰ ਵੀ ਜ਼ਿਆਦਾ ਲਾਹੇਵੰਦ ਹੋ ਜਾਂਦੀ ਹੈ ਜੀ। ਸੋ ਤੀਸਰਾ ਪੁਆਇੰਟ ਹੈ ਜੀ ਆਪਣਾ ਸੰਯੁਕਤ ਰਾਸ਼ਟਰ ਵਿੱਚ ਪੂਰਨ ਵਿਸ਼ਵਾਸ। ਸੰਯੁਕਤ ਰਾਸ਼ਟਰ ਵਿੱਚ ਪੂਰਨ ਵਿਸ਼ਵਾਸ। ਹਾਲਾਂਕਿ ਇਹ ਡਿਸਕਸ ਆਪਾਂ ਕਰਨਾ ਹੈ ਜੀ ਇਸ ਬਾਰੇ, ਸੰਯੁਕਤ ਰਾਸ਼ਟਰ ਬਾਰੇ, ਪਰ ਜੋ ਪੁਆਇੰਟ ਹੈ ਉਹ ਡਿਸਕਸ ਕਰਦੇ ਜਾਂਦੇ ਆ ਜੀ। ਸੰਯੁਕਤ ਰਾਸ਼ਟਰ ਵਿੱਚ ਪੂਰਨ ਵਿਸ਼ਵਾਸ। ਸਾਡਾ ਯੂਨਾਈਟਿਡ ਨੇਸ਼ਨ ਦੁਨੀਆ ਦਾ ਸਭ ਤੋਂ ਵੱਡਾ ਸੰਗਠਨ ਹੈ ਜੀ। ਇਹਦੇ ਵਿੱਚ ਪੂਰਨ ਵਿਸ਼ਵਾਸ ਹੈ ਜੀ। ਇਹ ਵਿਸ਼ਵਾਸ ਤੁਹਾਨੂੰ ਮੈਂ ਇੱਕ ਗੱਲ ਹੋਰ ਇੱਥੇ ਡਿਸਕਸ ਕਰਨਾ ਚਾਹੂੰਗਾ। ਸੰਯੁਕਤ ਰਾਸ਼ਟਰ ਦਾ ਨਾ ਇੱਕ ਆਰਗਨ ਹੁੰਦਾ ਹੈ ਸਿਕਿਉਰਿਟੀ ਕਾਉਂਸਲ, ਸੁਰੱਖਿਆ ਪ੍ਰੀਸ਼ਦ।
ਉਹਦੇ 15 ਮੈਂਬਰ ਹੁੰਦੇ ਆ ਜੀ, ਉਹਦੇ ਚੋਂ 5 ਤਾਂ ਹੁੰਦੇ ਆ ਜੀ ਪਰਮਾਨੈਂਟ ਐਂਡ 10 ਹੁੰਦੇ ਆ ਜਿਹੜੇ ਨਾਨ ਪਰਮਾਨੈਂਟ। ਠੀਕ ਹੈ ਜੀ, ਨਾਨ ਪਰਮਾਨੈਂਟ ਮੈਂਬਰ ਬਦਲਦੇ ਰਹਿੰਦੇ ਆ, ਆਪਾਂ ਗੱਲ ਕਰਾਂਗੇ ਇਸ ਤੇ। ਇੰਡੀਆ ਇਸ ਦਾ ਕਈ ਵਾਰ ਨਾਨ ਪਰਮਾਨੈਂਟ ਮੈਂਬਰ ਬਣ ਚੁੱਕਿਆ, ਕਈ ਵਾਰ ਬਣ ਚੁੱਕਿਆ ਜੀ। ਕਲੀਅਰ? ਤਾਂ ਇਹ ਵੀ ਇਸ ਗੱਲ ਨੂੰ ਮਾਨਤਾ ਦੇਣ ਦੇ ਲਈ ਕਾਫੀ ਹੈ। ਦੂਸਰੀ ਗੱਲ ਕੀ ਹੈ, ਮਿਸਿਸ ਵਿਜੇ ਲక్ష్ਮੀ ਪੰਡਿਤ, ਇਹ 1953 ਦੇ ਵਿੱਚ ਚੇਅਰਮੈਨ ਬਣੇ ਸੀਗੇ ਜੀ। 1953 ਦੇ ਵਿੱਚ ਜਿਹੜੀ ਉੱਥੋਂ ਦੀ ਜਨਰਲ ਅਸੈਂਬਲੀ ਹੁੰਦੀ ਹੈ, ਮਹਾ ਸਭਾ ਹੁੰਦੀ ਹੈ, ਉਹਦੀ ਚੇਅਰਮੈਨ ਬਣੀ ਸੀ ਜੀ ਇਹ ਵੀ ਇਸ ਗੱਲ ਦੇ ਵਿੱਚ ਦਰਸਾ ਰਹੀ ਹੈ। ਤੇ ਤੀਸਰੀ ਗੱਲ ਆਪਣੀ ਬੁੱਕ ਦੇ ਵਿੱਚ ਤਾਂ ਨਹੀਂ ਦਿੱਤਾ ਹੋਇਆ, ਪਰ ਮੈਂ ਆਪਣੇ ਕੋਲੋਂ ਦੱਸਣਾ ਚਾਹੂੰਗਾ, ਭਾਰਤ ਦਾ ਸੰਯੁਕਤ ਰਾਸ਼ਟਰ ਦੇ ਵਿੱਚ ਵਿਸ਼ਵਾਸ ਹੈ। ਇਸ ਗੱਲ ਤੋਂ ਸਾਬਿਤ ਹੁੰਦਾ ਹੈ ਕਿ ਜਿਹੜਾ ਕਸ਼ਮੀਰ ਮੁੱਦਾ ਸੀ, ਕਸ਼ਮੀਰ ਮੁੱਦਾ ਭਾਰਤ ਜੇ ਚਾਹੁੰਦਾ ਤਾਂ ਇੱਥੇ ਵੀ ਸਲਟ ਸਕਦਾ ਸੀਗਾ, ਪਰੰਤੂ ਉਸ ਚੀਜ਼ ਨੂੰ ਯੂਐਨਓ ਕੋਲ ਲੈ ਕੇ ਗਿਆ ਤੇ ਯੂਐਨਓ ਨੇ ਜਿਵੇਂ ਕਿਹਾ ਅਸੀਂ ਉਸ ਦੀ ਗੱਲ ਨੂੰ ਸਿਰ ਮੁੱਥੇ ਕਬੂਲ ਕੀਤਾ ਜੀ। ਤਾਂ ਸਾਡਾ ਜਿਹੜਾ ਪੂਰਨ ਵਿਸ਼ਵਾਸ ਹੈ ਯੂਐਨਓ ਦੇ ਵਿੱਚ, ਇਹ ਵੀ ਸਾਡੀ ਵਿਦੇਸ਼ ਨੀਤੀ ਦਾ ਆਧਾਰ ਹੈ ਜੀ। ਫੋਰਥ ਪੁਆਇੰਟ ਹੈ ਜੀ ਸਾਮਰਾਜਵਾਦ ਤੇ ਬਸਤੀਵਾਦ ਦਾ ਵਿਰੋਧ। ਬਸਤੀਵਾਦ ਦਾ ਵਿਰੋਧ ਗੱਲ ਜੋ ਅਸੀਂ ਆਪਣੀ ਸੋਚ ਤੇ ਸੋਚ ਸਕਦੇ ਹਾਂ। ਸਿੰਪਲ ਜੀ ਗੱਲ ਹੈ ਜੀ, ਜੇਕਰ ਕੋਈ ਸਾਡੇ ਸਾਹਮਣੇ ਅਸੀਂ ਕਿਸੇ ਚੀਜ਼ ਨੂੰ ਫੇਸ ਕੀਤਾ ਹੋਇਆ ਹੈ, ਕੀ ਅਸੀਂ ਉਹੀ ਚੀਜ਼ ਦੂਜਿਆਂ ਤੇ ਲਾਗੂ ਹੋਣ ਦੇਵਾਂਗੇ? ਕਦੇ ਨਹੀਂ ਜੀ। ਇੱਕ ਛੋਟੀ ਹਾਈਟ ਦਾ ਬੰਦਾ ਕਦੇ ਨਹੀਂ ਚਾਹੂਗਾ, ਉਹ ਆਪਦੀ ਅੱਖਾਂ ਦੇ ਸਾਹਮਣੇ ਕਦੇ ਨਹੀਂ ਚਾਹੂਗਾ ਕਿ ਹਾਂਜੀ ਕਿਸੇ ਹੋਰ ਛੋਟੀ ਹਾਈਟ ਦੇ ਬੰਦੇ ਦਾ ਮਜ਼ਾਕ ਬਣਾਇਆ ਜਾਵੇ। ਸੇਮ ਹੀ ਚੀਜ਼ ਹੈ ਜੀ, ਅਸੀਂ ਜਿਹੜਾ ਬਸਤੀਵਾਦ ਨੂੰ ਫੇਸ ਕੀਤਾ ਹੋਇਆ, ਸਾਮਰਾਜਵਾਦ ਨੂੰ ਫੇਸ ਕੀਤਾ ਹੋਇਆ। ਪਹਿਲਾਂ ਬਸਤੀਵਾਦ, ਇੰਗਲਿਸ਼ ਚ ਕਹਿ ਸਕਦੇ ਹੋ ਤੁਸੀਂ ਕਲੋਨੀਅਲਿਜ਼ਮ, ਤੇ ਸਾਮਰਾਜਵਾਦ ਹੁੰਦਾ ਜੀ ਇੰਪੀਰੀਅਲਿਜ਼ਮ। ਇਹ ਕੀ ਚੀਜ਼ ਹੁੰਦੀ ਹੈ ਜੀ? ਬਸਤੀਵਾਦ ਜਦੋਂ ਕੋਈ ਦੇਸ਼ ਦੇ ਲੋਕ ਆਪਣਾ ਇਲਾਕਾ ਛੱਡ ਕੇ ਕਿਸੇ ਦੂਸਰੇ ਇਲਾਕੇ ਦੇ ਵਿੱਚ ਜਾ ਕੇ, ਜਿਵੇਂ ਯੂਕੇ ਦੇ ਲੋਕ ਸੀ ਸਾਡੇ ਇੱਥੇ ਵਪਾਰ ਕਰਨ ਆਏ, ਇਹਨੂੰ ਕਹਿੰਦੇ ਆ ਜੀ ਬਸਤੀਵਾਦ। ਹੌਲੀ ਹੌਲੀ ਜਾ ਕੇ ਉੱਥੋਂ ਦੀ ਰਾਜਨੀਤਿਕ ਸੱਤਾ ਨੂੰ ਹਥਿਆ ਲੈਣਾ, ਠੀਕ ਹੈ ਜੀ, ਉਹ ਹੁੰਦਾ ਬਸਤੀਵਾਦ। ਸਾਮਰਾਜਵਾਦ ਹੁੰਦਾ ਤੁਸੀਂ ਜਿਹੜਾ ਆਪਣਾ ਏਰੀਆ ਹੈ ਉਸ ਨੂੰ ਵਾਈਡ ਕਰਦੇ ਜਾ ਰਹੇ ਹੋ, ਸਾਮਰਾਜ ਦਾ ਵਿਸਤਾਰ ਕਰਨਾ। ਸੋ ਭਾਰਤ ਤਾਂ ਹਮੇਸ਼ਾ ਹੀ ਇਸ ਚੀਜ਼ ਦਾ ਬਾਈਕਾਟ ਕਰਦਾ ਆਇਆ ਹੈ, ਠੀਕ ਹੈ ਜੀ, ਕਿਉਂਕਿ ਇਸ ਚੀਜ਼ ਨੂੰ ਅਸੀਂ ਫੇਸ ਕੀਤਾ ਹੋਇਆ ਹੈ, ਅਸੀਂ ਇਸ ਨੂੰ ਸਹਿਣ ਕੀਤਾ ਹੋਇਆ ਹੈ। ਪੰਜਵਾਂ ਜੀ ਨਸਲਵਾਦ ਦਾ ਵਿਰੋਧ। ਨਸਲਵਾਦ ਦਾ ਵਿਰੋਧ ਨਾਲ ਨਾਲ ਨੋਟ ਕਰਦੇ ਜਾਣਾ ਜੀ। ਜੋ ਤੁਹਾਡੇ ਡਾਊਟਸ ਹੁੰਦੇ ਆ, ਨੰਬਰ ਤੁਹਾਨੂੰ 9877751829 ਉਸ ਤੇ ਕਾਲ ਕਰਕੇ ਤੁਸੀਂ ਪੁੱਛ ਸਕਦੇ ਹੋ ਜੀ। ਐਂਡ ਨਸਲਵਾਦ ਦਾ ਵਿਰੋਧ, ਨਸਲਵਾਦ ਦੇ ਕਰਕੇ ਹੀ ਦੱਸਣਾ ਚਾਹੂੰਗਾ 1954 ਦੇ ਵਿੱਚ ਅਮਰੀਕਾ ਨੇ ਇੰਡੀਆ ਨੇ ਸਾਊਥ ਅਫਰੀਕਾ ਨਾਲ ਜਿਹੜੇ ਸਬੰਧ ਦੇ ਵਿਚਕਾਰ ਜਿਹੜੀ ਖਟਾਸ ਪੈਦਾ ਹੋਈ ਸੀ, ਕਾਰਨ ਇਹੀ ਸੀ ਕਿਉਂਕਿ ਇੰਡੀਆ ਨੇ ਉਹਨਾਂ ਦੀ ਜਿਹੜੀ ਉਸ ਪਾਲਿਸੀ ਸੀਗੀ ਨਸਲਵਾਦ ਦੀ, ਉਸ ਦਾ ਜਿਹੜਾ ਕੱਟੜ ਸ਼ਬਦਾਂ ਦੇ ਵਿੱਚ, ਜਿਹੜਾ ਕਠੋਰ ਸ਼ਬਦਾਂ ਦੇ ਨਾਲ ਉਸ ਦੀ ਜਿਹੜੀ ਆਲੋਚਨਾ ਕੀਤੀ ਸੀ। ਇਸੇ ਕਰਕੇ 1954 ਦੇ ਵਿੱਚ ਸਾਊਥ ਅਫਰੀਕਾ ਤੇ ਇੰਡੀਆ ਦੇ ਜਿਹੜੇ ਸਬੰਧ ਹੈ ਉਹਨਾਂ ਵਿਚਕਾਰ ਸਾਨੂੰ ਖਟਾਸ ਦੇਖਣ ਨੂੰ ਮਿਲੀ ਸੀ। ਹਾਂਜੀ, ਤਾਂ 6th ਪੁਆਇੰਟ ਜੋ ਆਪਣਾ ਦੇਖ ਪਾ ਰਹੇ ਹਾਂ ਅਸੀਂ, ਉਹ ਹੈ ਜੀ ਨਿਸ਼ਸਤਰੀਕਰਨ ਦਾ ਸਮਰਥਨ। ਨਿਸ਼ਸਤਰੀਕਰਨ ਦਾ ਸਮਰਥਨ। ਭਾਰਤ ਹਮੇਸ਼ਾ ਹੀ ਸ਼ਾਂਤੀ ਪਸੰਦ ਦੇਸ਼ ਹੈ, ਇਹ ਹਮੇਸ਼ਾ ਤੋਂ ਚਾਹੁੰਦਾ ਹੈ ਕਿ ਵਿਸ਼ਵ ਸ਼ਾਂਤੀ ਬਣੀ ਰਹੇ। ਤੇ ਇਸੇ ਨਾਲ ਰਿਲੇਟਡ ਮੈਂ ਕੁਝ ਇੱਕ ਦੋ ਤਰਕ ਵੀ ਦੇ ਸਕਦਾ ਜਿਹੜੇ ਕਿ ਇਸ ਗੱਲ ਦਾ ਸਮਰਥਨ ਕਰਦੇ ਕਿ ਭਾਰਤ ਨਿਸ਼ਸਤਰੀਕਰਨ ਦੇ ਆਧਾਰ ਤੇ ਵਿਦੇਸ਼ ਨੀਤੀ ਕਰਦਾ ਆਇਆ ਹੈ। ਇੱਕ ਗੱਲ ਤੁਸੀਂ ਹਮੇਸ਼ਾ ਯਾਦ ਰੱਖਿਓ ਜੀ, 1968 ਦੇ ਵਿੱਚ ਨਿਸ਼ਸਤਰੀਕਰਨ ਸੰਧੀ ਹੋਈ ਸੀ ਜੀ। ਨਿਸ਼ਸਤਰੀਕਰਨ ਸੰਧੀ। ਨਿਸ਼ਸਤਰੀਕਰਨ ਦਾ ਵੈਸੇ ਮਤਲਬ ਦੱਸ ਦਿੰਨਾ, ਸ਼ਸਤਰਾਂ ਦਾ ਤਿਆਗ ਕਰਨਾ, ਜਿਹੜੇ ਵੈਪਨਸ ਨੇ ਉਹਨਾਂ ਨੂੰ ਆਪਾਂ ਤਿਆਗ ਕਰਨਾ। ਇਹ ਸੰਧੀ 1968 ਦੇ ਵਿੱਚ ਹੋਈ ਸੀ। ਐਂਡ 1996 ਦੇ ਵਿੱਚ CTBT ਨਾਂ ਦੀ ਇੱਕ ਸੰਧੀ ਹੋਈ ਸੀ, CTBT। ਭਾਰਤ ਨੇ ਇਹਨਾਂ ਦੋਨਾਂ ਸੰਧੀਆਂ ਦਾ ਪੂਰਨਤਾ ਬਾਈਕਾਟ ਕੀਤਾ ਸੀ। ਇਸ ਤੇ ਹਸਤਾਖਰ ਹੀ ਨਹੀਂ ਕੀਤੇ, ਇਸ ਤੇ ਸਿਗਨੇਚਰ ਹੀ ਨਹੀਂ ਕੀਤੇ। ਇਹ ਅਸਲ ਦੇ ਵਿੱਚ ਸੰਧੀਆਂ ਸੀ ਕਾਹਦੇ ਨਾਲ ਰਿਲੇਟਡ? ਇਹ ਟ੍ਰੀਟੀ ਸੀ ਅਸਲ ਦੇ ਵਿੱਚ, ਇਹ ਮਾਨਤਾ ਦਿੰਦੇ ਸੀਗੇ ਸਿਰਫ 5 ਦੇਸ਼ਾਂ ਨੂੰ,
5 ਦੇਸ਼ਾਂ ਨੂੰ, ਜਿਹੜੇ ਯੂਐਨਓ ਦੇ ਪਰਮਾਨੈਂਟ ਮੈਂਬਰ ਹੈ ਜਿਨ੍ਹਾਂ ਕੋਲ ਵੀਟੋ ਦੀ ਪਾਵਰ ਹੈ, ਉਹਨਾਂ ਨੂੰ ਮਾਨਤਾ ਦਿੰਦੇ ਸੀ ਕਿ ਉਹ ਸਿਰਫ ਵੈਪਨ ਰੱਖ ਸਕਦੇ ਹੈ। ਠੀਕ ਹੈ, ਉਹ ਚ ਕਿਹੜੇ ਕਿਹੜੇ ਆਉਂਦੇ ਹੈ? ਯੂਕੇ ਆ ਜਾਂਦਾ ਹੈ, ਯੂਐਸਐਸਆਰ ਆ ਜਾਂਦਾ ਹੈ, ਰਸ਼ੀਆ ਆ ਜਾਂਦਾ ਹੈ, ਫਰਾਂਸ ਆ ਜਾਂਦਾ ਹੈ, ਚਾਈਨਾ ਆ ਜਾਂਦਾ ਹੈ। ਇਹਨਾਂ 5 ਦੇਸ਼ਾਂ ਨੂੰ ਵੈਪਨ ਰੱਖਣ ਦੀ ਜਿਹੜੀ ਛੂਟ ਹੈ, ਇਸ ਚੀਜ਼ ਤੇ ਹਸਤਾਖਰ ਕਰਨ ਤੋਂ ਭਾਰਤ ਨੇ ਸਾਫ਼ ਮਨਾ ਕੀਤਾ ਸੀਗਾ ਜੀ, ਦੋਨਾਂ ਹੀ ਸੰਧੀਆਂ ਤੇ, ਦੋਨੋਂ ਟ੍ਰੀਟੀਜ਼ ਤੇ। ਐਂਡ ਇੱਕ ਗੱਲ ਹੋਰ ਜੋ ਨਿਸ਼ਸਤਰੀਕਰਨ ਦਾ ਭਾਰਤ ਦਾ ਸਮਰਥਨ ਕਰਦੀ ਹੈ, 1985 ਦੇ ਵਿੱਚ ਨਿਊ ਦਿੱਲੀ ਦੇ ਵਿੱਚ ਇੰਡੀਆ ਨੇ ਇੱਕ 6 ਦੇਸ਼ੀ ਸੰਮੇਲਨ ਬੁਲਾਇਆ ਸੀ। ਮੁੱਦਾ ਕੀ ਸੀਗਾ? ਨਿਸ਼ਸਤਰੀਕਰਨ ਦਾ ਸਮਰਥਨ ਕਰਨਾ, ਜਨਤਾ ਨੂੰ ਮੋਟੀਵੇਟ ਕਰਨਾ, ਦੂਸਰੇ ਦੇਸ਼ਾਂ ਨੂੰ ਮੋਟੀਵੇਟ ਕਰਨਾ ਕਿ ਇਹ ਇੱਕ ਬਹੁਤ ਵੱਡਾ ਖਤਰਾ ਹੈ ਆਉਣ ਵਾਲੇ ਸਮੇਂ ਦੇ ਲਈ। ਹਾਂਜੀ, ਸੋ ਇਹ ਕੁਝ ਪੁਆਇੰਟ ਸੀ ਜੋ ਤੁਸੀਂ ਨੋਟ ਕਰ ਸਕਦੇ ਹੋ। ਐਂਡ ਇਸ ਤੋਂ ਇਲਾਵਾ ਉਮੀਦ ਕਰਦਾ ਕਿ ਤੁਹਾਨੂੰ ਸਮਝ ਆ ਰਿਹਾ ਹੋਵੇਗਾ ਭਾਰਤ ਦੀ ਵਿਦੇਸ਼ ਨੀਤੀ। ਐਂਡ 7th ਪੁਆਇੰਟ ਹੈ ਜੀ, ਖੇਤਰੀ ਸਹਿਯੋਗ ਵਿੱਚ ਵਿਸ਼ਵਾਸ। ਖੇਤਰੀ ਸਹਿਯੋਗ, ਖੇਤਰੀ ਸਹਿਯੋਗ ਮਤਲਬ ਇੰਡੀਆ ਹਮੇਸ਼ਾ ਤੋਂ ਚਾਹੁੰਦਾ ਹੈ ਕਿ ਜਿਹੜੇ ਨਾਲ ਦੇ ਦੇਸ਼ ਹੈਗੇ ਆ, ਇਹਨਾਂ ਨਾਲ ਸਾਡੇ ਬਹੁਤ ਵਧੀਆ ਸੰਬੰਧ ਬਣੇ ਰਹਿਣ। ਇਸੇ ਨਾਲ ਰਿਲੇਟਡ ਇੱਕ ਸਾਰਕ ਗਰੁੱਪ ਬਣਿਆ ਹੋਇਆ ਹੈ। ਸਾਰਕ ਗਰੁੱਪ ਮਤਲਬ ਸਾਊਥ ਏਸ਼ੀਅਨ ਐਸੋਸੀਏਸ਼ਨ ਫॉर ਰੀਜਨਲ ਕੋਆਪਰੇਸ਼ਨ। ਪੰਜਾਬੀ ਤੁਸੀਂ ਕਹਿ ਸਕਦੇ ਹੋ ਖੇਤਰੀ ਸਹਿਯੋਗ ਲਈ ਦੱਖਣੀ ਏਸ਼ੀਆਈ ਸੰਗਠਨ। ਇਸ ਗਰੁੱਪ ਦੇ ਜਿਹੜੇ 7 ਮੈਂਬਰਸ ਨੇ, ਠੀਕ ਹੈ ਜੀ, 7 ਮੈਂਬਰ ਕਿਹੜੇ ਕਿਹੜੇ ਹੈਗੇ ਜੀ? ਇੰਡੀਆ ਐਂਡ ਪਾਕਿਸਤਾਨ, ਪਾਕਿਸਤਾਨ ਤੋਂ ਇਲਾਵਾ ਫਿਰ ਨੇਪਾਲ, ਭੂਟਾਨ, ਉਸ ਤੋਂ ਬਾਅਦ ਸ਼੍ਰੀਲੰਕਾ, ਬੰਗਲਾदेश ਤੇ ਮਾਲਦੀਵ। ਇਹ ਜਿਹੜੇ 7 ਕੰਟਰੀਜ਼ ਦਾ ਗਰੁੱਪ ਬਣਿਆ ਹੋਇਆ ਹੈ ਸਾਰਕ। ਠੀਕ ਹੈ ਜੀ, ਇਹਨੂੰ ਗਰੁੱਪ ਨੂੰ ਜੋ ਫਾਊਂਡ ਕਰਨ ਵਾਲਾ ਜੋ ਸ਼੍ਰੇਅ ਹੈ ਉਹ ਵੀ ਇੰਡੀਆ ਨੂੰ ਹੀ ਜਾਂਦਾ ਹੈ। ਇਹ ਹਮੇਸ਼ਾ ਹੀ ਖੇਤਰੀ ਸਹਿਯੋਗ ਦੀ ਡਿਮਾਂਡ ਕਰਦਾ ਹੈ। ਇਹ ਹਮੇਸ਼ਾ ਚਾਹੁੰਦਾ ਹੈ ਕਿ ਇੱਕ ਦੂਜੇ ਨੂੰ ਕੋਆਪਰੇਟ ਕੀਤਾ ਜਾਏ, ਗੁਆਂਢੀ ਦੇਸ਼ਾਂ ਦਾ ਸਹਿਯੋਗ ਲਿਆ ਜਾਏ, ਸਹਿਯੋਗ ਦਿੱਤਾ ਜਾਏ। ਇੱਕ ਗੱਲ ਹੋਰ ਮੈਂ ਦੱਸਣਾ ਚਾਹੂੰਗਾ ਜੀ, ਖੇਤਰੀ ਸਹਿਯੋਗ ਨੂੰ ਜੋ ਭਾਰਤ ਦੀ ਵਿਦੇਸ਼ ਨੀਤੀ ਦਾ ਆਧਾਰ ਬਣ ਕੇ ਸਾਡੇ ਸਾਹਮਣੇ ਆਉਂਦੀ ਹੈ। ਇਸ ਗੱਲ ਤੋਂ ਵਾਕਿਫ ਹੈ ਕਿ 1971 ਦੇ ਵਿੱਚ, 1971 ਦੇ ਵਿੱਚ, ਵੈਸੇ ਤੁਹਾਨੂੰ ਪਤਾ ਹੋਣਾ ਹੀ ਹੈ ਕਿ 1947 ਦੇ ਵਿੱਚ ਭਾਰਤ ਹੈ ਜਿਹੜਾ 2 ਹਿੱਸਿਆਂ 'ਚ ਵੰਡਿਆ ਗਿਆ ਸੀਗਾ, ਇੰਡੀਆ ਐਂਡ ਪਾਕਿਸਤਾਨ। ਇਹ 2 ਹਿੱਸੇ ਸਾਡੇ ਬਣ ਕੇ ਸਾਡੇ ਸਾਹਮਣੇ ਆਏ ਸੀਗੇ। ਪਰ ਤੁਹਾਨੂੰ ਇਸ ਗੱਲ ਦਾ ਸ਼ਾਇਦ ਕਿਸੇ ਰਿਲੇਵੈਂਟ ਜਿਹੇ ਬੱਚੇ ਨੂੰ ਪਤਾ ਹੋਵੇਗਾ ਕਿ ਆ ਜਿਹੜਾ ਇੰਡੀਆ ਦਾ ਮੈਪ ਹੈ, ਇਹਦੇ ਇਸ ਸਾਈਡ ਹੈ ਜੋ, ਇਹ ਤਾਂ ਈਸਟ ਪਾਕਿਸਤਾਨ ਸੀ, ਇਹ ਵੈਸਟ ਪਾਕਿਸਤਾਨ ਸੀ। ਆ 2 ਪਾਕਿਸਤਾਨ ਬਣੇ ਸੀ ਜਿਹਨੂੰ ਅਸੀਂ ਅੱਜ ਬੰਗਲਾਦੇਸ਼ ਦੇ ਰੂਪ 'ਚ ਦੇਖਦੇ ਹਾਂ, ਉਹ ਈਸਟ ਪਾਕਿਸਤਾਨ ਸੀ ਅਸਲ ਦੇ ਵਿੱਚ। ਇੱਧਰ ਕੀ ਸੀਗਾ ਜੀ? ਵੈਸਟ ਪਾਕਿਸਤਾਨ। ਠੀਕ ਹੈ, ਜਿਹਨੂੰ ਅਸੀਂ ਹੁਣ ਪਾਕਿਸਤਾਨ ਦੇ ਰੂਪ 'ਚ ਦੇਖਦੇ ਹਾਂ। ਖੇਤਰੀ ਸਹਿਯੋਗ 1971 ਦੇ ਵਿੱਚ ਜਿਹੜੇ ਆਪਣਾ ਈਸਟ ਪਾਕਿਸਤਾਨ ਹੈ, ਪੂਰਬੀ ਪਾਕਿਸਤਾਨ ਹੈ, ਉੱਥੋਂ ਦੇ ਲੋਕ ਹੈ ਜਿਹੜੇ ਸੰਤੁਸ਼ਟ ਨਹੀਂ ਸੀਗੇ ਦੱਖਣੀ ਜਿਹੜਾ ਪਾਕਿਸਤਾਨ ਪੱਛਮੀ ਜਿਹੜਾ ਪਾਕਿਸਤਾਨ ਹੈ ਉਹਨਾਂ ਦੀਆਂ ਨੀਤੀਆਂ ਤੋਂ। ਉਹਦੇ ਖਿਲਾਫ ਭਾਰਤ ਜਿਹੜਾ ਪੂਰਬੀ ਪਾਕਿਸਤਾਨ ਦੇ ਨਾਲ ਖੜ ਕੇ ਉਹਨੂੰ ਆਜ਼ਾਦ ਕਰਵਾਇਆ ਸੀਗਾ। ਤਾਂ ਤੁਸੀਂ ਇਹ ਵੀ ਪੜਿਆ ਹੋਊਗਾ ਕਿ ਜਿਹੜਾ ਬੰਗਲਾਦੇਸ਼ ਨੂੰ ਆਜ਼ਾਦੀ ਕਦੋਂ ਮਿਲੀ ਸੀਗੀ? 1971 ਦੇ ਵਿੱਚ ਉਹ ਆਜ਼ਾਦ ਹੋਇਆ ਸੀਗਾ ਜੀ, ਤੇ ਬੰਗਲਾਦੇਸ਼ ਬਣ ਕੇ ਸਾਡੇ ਸਾਹਮਣੇ ਆਇਆ ਸੀਗਾ। ਇਹ ਸਾਰੀਆਂ ਚੀਜ਼ਾਂ ਦੱਸਦੀਆਂ ਕਿ ਭਾਰਤ ਹਮੇਸ਼ਾ ਹੀ ਖੇਤਰੀ ਸਹਿਯੋਗ ਵਿੱਚ ਵਿਸ਼ਵਾਸ ਰੱਖਦਾ ਹੈ। ਬਲੀਫ ਇਨ ਰੀਜਨਲ ਕੋਆਪਰੇਸ਼ਨ। ਗॉट इट? ਹਾਂਜੀ, 8th ਪੁਆਇੰਟ ਆਪਾਂ ਡਿਸਕਸ ਕਰਾਂਗੇ ਜੀ। ਹਾਂ, ਤੁਹਾਡੇ ਜੋ ਵੀ ਡਾਊਟਸ ਨੇ, ਕੁਐਰੀਜ਼ ਨੇ, ਐਨੀ ਟਾਈਮ ਯੂ ਕੈਨ ਕਾਲ ਔਰ ਮੈਸੇਜ ਮੀ। ਉੱਪਰ ਨੰਬਰ ਆ ਹੀ ਰਿਹਾ ਹੈ 9877 51829। ਇਸ ਨੰਬਰ ਤੇ ਤੁਸੀਂ ਹਮੇਸ਼ਾ ਸਾਨੂੰ ਕਦੋਂ ਵੀ ਕਾਲ ਕਰ ਸਕਦੇ ਹੋ, ਮੈਸੇਜ ਕਰ ਸਕਦੇ ਹੋ। ਐਂਡ 8th ਪੁਆਇੰਟ ਹੈ ਜੀ ਭਾਰਤ ਦੀ ਪਰਮਾਣੂ ਨੀਤੀ।
ਭਾਰਤ ਦੀ ਪਰਮਾਣੂ ਨੀਤੀ। ਪਰਮਾਣੂ ਨੀਤੀ ਅਸਲ ਦੇ ਵਿੱਚ ਕੀ ਹੈ, ਹਰ ਇੱਕ ਦੇਸ਼ ਚਾਹੁੰਦਾ ਹੈ ਕਿ ਸਾਡੇ ਕੋਲ ਐਟਮ ਬੰਬ ਹੋਵੇ। ਭੱਜ ਦੌੜ ਹੈ ਜਿਹੜੀ ਸਾਰੇ ਪਾਸੇ ਲੱਗੀ ਹੋਈ ਹੈ। ਪਾਕਿਸਤਾਨ ਨੇ ਵੀ ਜਿਹੜੇ ਬੰਬ ਬਣਾ ਰੱਖੇ ਸੀਗੇ ਐਂਡ ਐਟਮ ਬੰਬਸ ਜਿਹੜੇ ਚਾਈਨਾ ਨੇ ਵੀ ਬਣਾ ਰੱਖੇ ਸੀਗੇ, ਫਿਰ ਭਾਰਤ ਕਿਵੇਂ ਪਿੱਛੇ ਰਹਿ ਸਕਦਾ ਸੀ? ਭਾਰਤ ਨੇ ਹਮੇਸ਼ਾ ਹੀ ਚਾਹਿਆ ਕਿ ਅਸੀਂ ਇਹਨਾਂ ਚੀਜ਼ਾਂ ਤੋਂ ਦੂਰ ਰਹੀਏ, ਕਿਉਂਕਿ ਇਹਦੇ ਨਤੀਜੇ ਬੜੇ ਭਿਆਨਕ ਹੋਣਗੇ, ਨਤੀਜੇ ਬੜੇ ਖਤਰਨਾਕ ਹੋਣਗੇ ਜੀ। ਪਰੰਤੂ ਸਮੇਂ-ਸਮੇਂ ਤੇ ਜਦੋਂ ਵੀ ਭਾਰਤ ਨੂੰ ਮੌਕਾ ਮਿਲਦਾ ਰਿਹਾ ਸੀ, ਭਾਰਤ ਨੇ ਹਮੇਸ਼ਾ ਇੱਕੋ ਗੱਲ ਕਹੀ ਸੀ ਕਿ ਅਸੀਂ ਸ਼ਾਂਤ ਹਾਂ, ਸ਼ਾਂਤ ਰਵਾਂਗੇ, ਪਰੰਤੂ ਜਦੋਂ ਸਾਨੂੰ ਲੋੜ ਪੈਗੀ ਅਸੀਂ ਪਰਮਾਣੂ ਬਣਾਉਣ ਦੇ ਵਿੱਚ ਅਸੀਂ ਵੀ ਪਿੱਛੇ ਨਹੀਂ ਰਵਾਂਗੇ। ਤੇ ਇਹ ਤੁਹਾਨੂੰ ਕਦੇ ਪ੍ਰੂਫ ਮਿਲੇਗਾ ਇਸ ਚੀਜ਼ ਦਾ। ਤੇ ਇਸ ਚੀਜ਼ ਨੂੰ ਮੈਂ ਇੱਥੇ ਫਿਰ ਦੱਸਣਾ ਚਾਹੂੰਗਾ, 1998 ਦੇ ਵਿੱਚ ਪੋਖਰਨ ਦੇ ਵਿੱਚ, ਰਾਜਸਥਾਨ ਦੇ ਵਿੱਚ ਰਹਿ ਜਾਂਦਾ ਜੀ ਇਹ, ਭਾਰਤ ਨੇ ਐਟੋਮਿਕ ਪ੍ਰੀਖਣ ਕਰਕੇ ਦੇਖਿਆ ਸੀ, ਪਰਮਾਣੂ ਪ੍ਰੀਖਣ ਕਰਕੇ ਦੇਖਿਆ ਸੀਗਾ। ਤੇ ਜਦੋਂ ਇਹ ਪਰਮਾਣੂ ਪ੍ਰੀਖਣ ਹੋਇਆ, ਇਸ ਦੇ ਧਮਾਕਿਆਂ ਦੇ ਨਾਲ ਪੂਰੇ ਵਰਲਡ ਨੂੰ ਪਤਾ ਲੱਗਿਆ ਕਿ ਯੈਸ, ਇੰਡੀਆ ਵੀ ਜਿਹੜਾ ਹੁਣ ਪਰਮਾਣੂ ਸ਼ਕਤੀਆਂ ਵਰਲਡ ਦੀਆਂ, ਉਹਨਾਂ ਦੇ ਵਿੱਚ ਭਾਰਤ ਦਾ ਨਾਮ ਵੀ ਹੁਣ ਆ ਚੁੱਕਿਆ ਹੈ। ਸੋ ਇਹ ਸੀ ਜੀ ਭਾਰਤ ਦੀ ਪਰਮਾਣੂ ਨੀਤੀ। ਅਸੀਂ ਸ਼ਾਂਤੀ ਲਈ ਜਿਹੜਾ ਯੂਜ਼ਫੁਲ ਤਰੀਕੇ ਨਾਲ, ਜਿੱਥੇ ਨੂੰ ਸਹੀ ਯੂਟਿਲਾਈਜ਼ ਕੀਤਾ ਜਾ ਸਕਦਾ, ਉੱਥੇ ਦਾ ਯੂਜ਼ ਕਰਾਂਗੇ। ਕਿਸੇ ਦੇਸ਼ ਨੂੰ ਹਾਨੀ ਪਹੁੰਚਾਉਣ ਦੇ ਲਈ ਜਾਂ ਵਿਸ਼ਵ ਨੂੰ ਕਿਸੇ ਖਤਰੇ ਦੀ ਕਗਾਰ ਤੇ ਖੜਾ ਕਰਨ ਲਈ ਅਸੀਂ ਇਸ ਦਾ ਕਦੇ ਪ੍ਰਯੋਗ ਨਹੀਂ ਕਰਾਂਗੇ। ਇਹ ਵੀ ਸਾਡੀ ਪਰਮਾਣੂ ਨੀਤੀ ਹੈ, ਸਾਡੀ ਵਿਦੇਸ਼ ਨੀਤੀ ਦਾ ਆਧਾਰ ਮੰਨੀ ਜਾਂਦੀ ਹੈ। ਐਂਡ 9th ਪੁਆਇੰਟ ਹੈ ਜੀ, ਤੇ ਲਾਸਟ ਪੁਆਇੰਟ ਹੈ ਜੀ ਆਪਣੀ ਬੁੱਕ ਦੇ ਵਿੱਚ ਦਿੱਤਾ ਹੋਇਆ ਜੀ, ਰਾਸ਼ਟਰਮੰਡਲ ਦੀ ਮੈਂਬਰਸ਼ਿਪ ਆਫ ਕਾਮਨਵੈਲਥ ਆਫ ਨੇਸ਼ਨਸ। ਦੱਸਣਾ ਚਾਹੂੰਗਾ ਜੀ ਇੱਥੇ ਇੱਕ ਨਾ ਵਰਲਡ ਲੈਵਲ ਤੇ ਗਰੁੱਪ ਬਣਿਆ ਹੋਇਆ ਜੀ, ਉਹ ਰਾਸ਼ਟਰਮੰਡਲ ਕਹਿੰਦੇ ਆ ਜੀ, ਇੰਗਲਿਸ਼ ਚ ਤੁਸੀਂ ਕਹਿ ਸਕਦੇ ਹੋ ਕਾਮਨਵੈਲਥ ਆਫ ਨੇਸ਼ਨਸ। ਇਹ ਅਸਲ ਦੇ ਵਿੱਚ ਹੈ ਕੀ? ਇਹ ਹੈ ਜੀ ਗੁਲਾਮ ਦੇਸ਼ਾਂ ਦਾ ਸਮੂਹ। ਠੀਕ ਹੈ ਜੀ। ਕਿਹੜੇ ਗੁਲਾਮ ਦੇਸ਼? ਏਸ਼ੀਆ ਤੇ ਦੱਖਣੀ ਅਫਰੀਕਾ। ਦੱਖਣੀ ਅਫਰੀਕਾ ਦੇ ਉਹ ਦੇਸ਼ ਜਿਹੜੇ ਕਿ ਕਦੇ ਯੂਨਾਈਟਿਡ ਕਿੰਗਡਮ ਦੇ ਗੁਲਾਮ ਰਹੇ ਸੀ। ਦੁਬਾਰਾ ਫਿਰ ਦੱਸਾਂ, ਯੂਕੇ, ਯੂਨਾਈਟਿਡ ਕਿੰਗਡਮ ਦੇ ਉਹ ਗੁਲਾਮ ਦੇਸ਼ ਜਿਹੜੇ ਕਿ ਏਸ਼ੀਆ ਤੇ ਦक्षिण ਅਫਰੀਕਾ ਦੇ ਵਿੱਚ ਸੀਗੇ, ਉਹਨਾਂ ਗੁਲਾਮ ਦੇਸ਼ਾਂ ਦਾ ਸਮੂਹ ਹੈ ਜੀ ਜਿਹੜਾ ਰਾਸ਼ਟਰਮੰਡਲ ਕਹਾਉਂਦਾ ਹੈ ਜੀ। ਤੇ ਇਹਦਾ ਪਹਿਲਾ ਨਾਮ ਵੀ ਸੀਗਾ ਬ੍ਰਿਟਿਸ਼ ਰਾਸ਼ਟਰਮੰਡਲ ਸੀਗਾ। ਤੇ ਜਿੱਥੇ ਤੱਕ ਮੇਰੇ ਯਾਦ ਹੈ 1951 ਦੇ ਵਿੱਚ ਜਵਾਹਰ ਲਾਲ ਨਹਿਰੂ ਨੇ ਜੋ ਇਹਨਾਂ ਦਾ ਨਾਮ ਹੈ ਰਾਸ਼ਟਰਮੰਡਲ ਕਰਤਾ ਸੀ, ਸਿੱਧਾ ਕਾਮਨਵੈਲਥ ਕਰਤਾ ਸੀ। ਪਹਿਲਾਂ ਬ੍ਰਿਟਿਸ਼ ਕਾਮਨਵੈਲਥ ਹੁੰਦਾ ਸੀਗਾ। ਤਾਂ ਇਹਦੀ ਮੈਂਬਰਸ਼ਿਪ ਵੀ ਭਾਰਤ ਨੇ ਲਈ ਹੋਈ ਹੈ। ਹਾਲਾਂਕਿ ਜਿਹੜਾ ਇਹਦਾ origin ਦੇ ਵਿੱਚ ਮੈਂਬਰ ਬਣਿਆ ਸੀ ਭਾਰਤ, ਉਹ ਬਣਿਆ ਸੀ ਜੀ 17 ਮਈ 1945 ਨੂੰ ਬਣਿਆ ਸੀ ਜੀ ਇਸ ਦਾ ਮੈਂਬਰ। ਠੀਕ ਹੈ ਜੀ। ਤੇ ਇਸ ਸਮੇਂ ਕਾਮਨਵੈਲਥ ਦੇ ਜਿਹੜੇ ਟੋਟਲ ਮੈਂਬਰ ਨੇ ਜੀ ਉਹ 54 ਮੈਂਬਰਸ ਨੇ ਜੀ। ਗॉट इट। ਇਹ ਸਾਰੀ ਭਾਰਤ ਦੀ ਵਿਦੇਸ਼ ਨੀਤੀ ਹੈ। ਉਮੀਦ ਕਰਦਾ ਕਿ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਸਮਝ ਆ ਗਿਆ ਹੋਊਗਾ। ਸੋ ਇਹ ਸੀ ਜੀ ਇੰਡੀਆਜ਼ ਫੋਰਨ ਪਾਲਿਸੀ ਐਂਡ ਯੂਨਾਈਟਿਡ ਨੇਸ਼ਨ ਦਾ ਪਾਰਟ 1। ਕੱਲ ਅਸੀਂ ਪਾਰਟ 2 ਸਿਰਫ ਯੂਐਨਓ ਬਾਰੇ ਲੈ ਕੇ ਆਵਾਂਗੇ, ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਯੂਐਨਓ ਨੂੰ ਸਿਰਫ 2-4 ਮਿੰਟ ਦੇ ਵਿੱਚ ਖਤਮ ਕਰਕੇ ਤੁਹਾਡੇ ਤੱਕ ਪਹੁੰਚਾਇਆ ਜਾਵੇ। ਇੱਕ ਬੜਾ ਹੀ ਸ਼ਾਨਦਾਰ ਟੌਪਿਕ ਹੈ। ਬਹੁਤ ਸਾਰੇ ਡਾਊਟਸ ਆ ਰਹੇ ਹੈ ਕਿ ਯੂਐਨਓ ਨਹੀਂ ਸਮਝ ਆ ਰਿਹਾ, ਯੂਐਨਓ ਨਹੀਂ ਸਮਝ ਆ ਰਿਹਾ। ਕੱਲ ਪ੍ਰੋਮਿਸ ਕਰਦਾ ਕਿ ਤੁਹਾਨੂੰ ਬੜਾ ਡਿਟੇਲ ਦੇ ਵਿੱਚ ਬੜੇ ਮਜ਼ੇਦਾਰ ਤਰੀਕੇ ਨਾਲ ਸਮਝਾਇਆ ਜਾਊਗਾ। ਜੇਕਰ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ, ਵੀਡੀਓ ਨੂੰ ਲਾਈਕ ਕਰਨਾ, ਕਮੈਂਟ ਸੈਕਸ਼ਨ 'ਚ ਆਪਣੇ ਵਿਚਾਰ ਜ਼ਰੂਰ ਦਿਆ ਕਰੋ ਜੀ, ਐਂਡ ਫਰੈਂਡਸ ਤੱਕ ਸ਼ੇਅਰ ਕਰਨਾ। ਇੱਕ ਵਾਰ ਫਿਰ ਕਹਿਣਾ ਚਾਹੂੰਗਾ, ਜੇ ਤੁਸੀਂ ਚੈਨਲ ਤੇ ਨਵੇਂ ਹੋ, ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਟੈਲੀਗ੍ਰਾਮ ਦਾ ਲਿੰਕ ਵੀ ਦਿੱਤਾ ਗਿਆ ਹੈ, ਉਸ ਨੂੰ ਵੀ ਜੁਆਇਨ ਕਰੋ। ਜਿੰਨੇ ਵੀ ਨੋਟਸ ਸਾਰੇ ਦੇ ਸਾਰੇ ਤੁਹਾਨੂੰ ਉੱਥੇ ਇਕੱਠੇ ਮਿਲ ਜਾਣਗੇ ਜੀ। ਥੈਂਕ ਯੂ।